ਗੋਰੀ ਜਿਹਨੂੰ ਦੇਖਣ ਵਾਸਤੇ ਵੀ ਨਾ ਲੱਭੇ ਤੇ ਹਸਪਤਾਲ ਦੀ ਐਮਰਜੈਂਸੀ 'ਚ ਅਗਰ ਉਹਦੇ ਨਾਲ ਫਸ ਜੇ ਤੇ ਉਹਦੀ ਤੇ ਲਾਟਰੀ ਨਿਕਲ ਆਈ ਨਾ। ਜਵਾਨ ਕਹਿੰਦਾ ਜ਼ਿੰਦਗੀ 'ਚ ਕਦੇ ਵੀ ਮੇਰੀ ਕਿਸੇ ਗੋਰੀ ਨਾਲ ਕਦੇ ਗੱਲਬਾਤ ਨਹੀਂ ਹੋਈ, ਸਿਰਫ ਕੰਮ ਤੇ ਜਾਈਦਾ, ਕੰਮ ਤੋਂ ਘਰ। ਕਹਿੰਦਾ ਪਾਕਿਸਤਾਨ ਜਿਹੜਾ ਮੇਰੀ ਤਿਆਰੀ ਹੋਈ ਸੀ ਸ਼ਾਦੀ ਦੀ, ਮੈਂ ਪਾਕਿਸਤਾਨ ਜਾਣਾ ਸੀ, ਲੇਕਿਨ ਕਹਿੰਦਾ ਮੈਂ ਜਿੱਥੇ ਕੰਮ ਕਰਨਾ ਉਹ ਕੰਮ ਮੇਰੇ ਕੋਲੋਂ ਬਹੁਤ ਜ਼ਿਆਦਾ ਲੈਂਦਾ ਸੀ। ਮੇਰਾ ਇਹ ਦਿਲ ਸੀ ਕਿ ਚਲੋ 4 ਦਿਹਾੜੇ ਘਰ ਮੈਂ ਬਹਿ ਕੇ ਥੋੜਾ ਖਾ ਪੀ ਲਵਾਂ, ਨਾਲੇ ਮੇਰੀ ਰੈਸਟ ਹੋ ਜਾਏਗੀ। ਕਹਿੰਦਾ ਮੈਂ ਜੀ ਕੀਤਾ ਅੱਗੇ ਵੀ ਮੁੜੇ ਐਸੇ ਤਰ੍ਹਾਂ ਹੀ ਕਰਦੇ ਸੀ। ਕਹਿੰਦਾ ਮੈਂ ਉੱਥੇ ਫੈਕਟਰੀ ਜਿਹੜਾ ਬਹਿ ਕੇ ਇਹਨਾਂ ਦੇ ਆਖਿਆ ਮੇਰੇ ਪੇਟ 'ਚ ਦਰਦ ਪੈ ਗਿਆ, ਮੈਨੂੰ ਪਤਾ ਨਹੀਂ ਕੀ ਹੋ ਗਿਆ। ਕਹਿੰਦਾ ਸਾਰੇ ਮੇਰੇ ਅੱਗੇ ਪਿੱਛੇ ਹੋ ਗਏ, ਕੀ ਮਸਲਾ ਤੇਰੇ ਨਾਲ ਬਣ ਗਿਆ। ਕਹਿੰਦਾ ਜੂੰ ਹੀ ਫਿਰ ਸਾਰੇ ਆਏ, ਮਾਲਕ ਕਹਿੰਦਾ ਕਿ ਐਂਬੂਲੈਂਸ ਨੂੰ ਫੋਨ ਕਰੋ, ਉਹ ਇਹਨੂੰ ਹਸਪਤਾਲ ਲੈ ਕੇ ਜਾਏ। ਕਹਿੰਦਾ ਉਸੇ ਟਾਈਮ ਉੱਥੇ ਡਾਕਟਰ ਆਇਆ, ਉਹ ਆ ਕੇ ਮੇਰੀਆਂ ਅੱਖਾਂ ਖੋਲ ਕੇ ਟਾਰਚ ਵਗੈਰਾ ਮਾਰ ਕੇ ਤੇ ਤੱਕਣ ਲਾ ਪਿਆ, ਨਾਲ ਮੈਨੂੰ ਕਹਿੰਦਾ ਮੂੰਹ ਸ਼ੂ ਖੋਲ, ਕਹਿੰਦਾ ਸਾਰਾ ਮੇਰਾ ਚੈੱਕਅਪ ਕਰਕੇ ਨਾ ਕਹਿੰਦਾ ਲੱਗਦਾ ਤੇ ਨਾਰਮਲ ਹੀ ਹੈ, ਲੇਕਿਨ ਇੰਜ ਕਰੋ ਕਿ ਇਹਨੂੰ ਇੱਥੇ ਲਟਾ ਦਿਓ ਤੇ ਮੈਂ ਇੱਕ ਦਿਨਾ ਪੂੜੀ ਜੀ ਉਹ ਇਹਨੂੰ ਪਿਲਾਓ ਤੇ ਇਹਨੂੰ ਆਰਾਮ ਆ ਜਾਏਗਾ। ਕਹਿੰਦਾ ਮੈਂ ਜ਼ਿਆਦਾ ਤੜਪਣਾ ਸ਼ੁਰੂ ਕਰ ਦਿੱਤਾ, ਮੈਂ ਕਿਹਾ ਇੱਕ ਵਾਰੀ ਮੈਨੂੰ ਹਸਪਤਾਲ ਤੇ ਲੈ ਕੇ ਜਾਏ। ਕਹਿੰਦਾ ਉਹਨੇ ਆਖਿਆ ਠੀਕ ਹੈ, ਇਹਨੂੰ ਐਂਬੂਲੈਂਸ 'ਚ ਪਾਓ ਤੇ ਹਸਪਤਾਲ ਇਹਨੂੰ ਲੈ ਜਾਂਦੇ ਆ। ਕਹਿੰਦਾ ਜਿਸ ਵੇਲੇ ਹਸਪਤਾਲ ਮੈਂ ਪਹੁੰਚਿਆ ਉਹਨਾਂ ਮੈਨੂੰ ਅੰਦਰ ਖੜਿਆ, ਚੈੱਕਅਪ ਸਾਰਾ ਮੇਰਾ ਕੀਤਾ ਤੇ ਕਹਿੰਦਾ ਉੱਥੇ ਜਾ ਕੇ ਮੈਂ ਬਿਲਕੁਲ ਪਹਿਲਾਂ ਹੀ ਨਾਰਮਲ ਹੋ ਗਿਆ। ਕਹਿੰਦਾ ਨਰਸਾਂ ਵੀ ਮੇਰੇ ਵੱਲ ਤੱਕਣ ਲੱਗ ਪਈਆਂ ਤੇ ਅੱਗੋਂ ਡਾਕਟਰ ਵੀ ਮੇਰੇ ਵੱਲ ਤੱਕਣ ਲੱਗ ਪਿਆ। ਸਾਰੀ ਗੱਲਬਾਤ ਕਰਕੇ ਕਹਿੰਦਾ ਮੈਂ ਚੁੱਪ ਕਰਕੇ ਉੱਥੇ ਬਹਿ ਗਿਆ। ਕਹਿੰਦਾ ਜਿਸ ਵੇਲੇ ਬੈਠਿਆ ਸਾਂ ਤੇ ਨਰਸ ਮੇਰੇ ਵੱਲ ਤਾਕ ਕੇ ਹੱਸਦੀ, ਕਹਿੰਦੇ ਤੂੰ ਤੇ ਠੀਕ ਠਾਕ ਹੈ, ਤੈਨੂੰ ਕੀ ਪ੍ਰੋਬਲਮ ਹੈ? ਮੇਰੇ ਪੇਟ 'ਚ ਦਰਦ ਹੋਣ ਲੱਗ ਪਿਆ ਸੀ, ਇਸ ਵਜ੍ਹਾ ਤੋਂ ਮੈਂ ਉੱਥੇ ਜਿਹੜਾ ਨਾ ਲੰਮਾ ਪੈ ਗਿਆ ਸਾਂ, ਮੈਂ ਬੇਹੋਸ਼ ਹੋ ਗਿਆ ਸਾਂ। ਉਹ ਕਹਿੰਦੇ ਲੇਕਿਨ ਇਹ ਤੇ ਨਾਰਮਲ ਹੀ ਹੈ, ਕੋਈ ਇਤਨਾ ਵੱਡਾ ਸੀਰੀਅਸ ਮਸਲਾ ਨਹੀਂ ਹੈ, ਲੇਕਿਨ ਖੈਰ ਤੂੰ ਜਾ ਕੇ ਨਾ ਉੱਥੇ ਬਾਹਰ ਕੁਰਸੀਆਂ ਤੇ ਬਹਿ। ਕਹਿੰਦਾ ਮੈਂ ਉੱਥੇ ਆ ਕੇ ਬਾਹਰ ਕੁਰਸੀਆਂ ਤੇ ਬਹਿ ਗਿਆ। ਕਹਿੰਦਾ ਅੱਗੇ ਵਾਮ ਢੇਰ ਬੈਠੀ ਸੀ। ਕਹਿੰਦਾ ਘੰਟਾ ਗੁਜ਼ਰ ਗਿਆ, 2 ਗੁਜ਼ਰ ਗਏ। ਕਹਿੰਦਾ ਮੈਂ ਬੜਾ ਇੰਤਜ਼ਾਰ ਕੀਤਾ, ਮੈਨੂੰ ਤੇ ਹਫਕੀ ਕਾਲੀ ਹੋਣ ਲੱਗ ਪਈ ਕਿ ਮੈਨੂੰ ਕੋਈ ਬੁਲਾਉਂਦੇ ਨਹੀਂ ਪਿਆ, ਨਾ ਕੋਈ ਦਵਾਈ ਪਿਆ ਦਿੰਦਾ, ਚਲੋ ਮੈਨੂੰ ਲਿਖ ਕੇ ਦੇਣ, ਕਮ ਅਜ਼ ਕਮ ਮੈਂ ਹਫਤਾ ਸਾਰਾ ਘਰ ਬਵਾਂ, ਥੋੜੀ ਰੈਸਟ ਕਰਾਂ ਤਾਂ ਕਿ ਮੈਂ ਥੋੜਾ ਬਿਹਤਰ ਹੋ ਜਾ, ਪਾਕਿਸਤਾਨ ਜਾ ਕੇ ਸ਼ਾਦੀ ਕਰਨੀ ਹੈ। ਕਹਿੰਦਾ ਮੈਂ ਉੱਥੇ ਬੈਠਿਆ 2-2.5 ਘੰਟੇ ਗੁਜ਼ਰ ਕੇ ਕੋਨਾ ਕਿਸੇ ਬੁਲਾਇਆ। ਕਹਿੰਦਾ ਪਰ ਨਾਲ ਹੀ ਬੈਂਚ ਤੇ ਨਾ ਇੱਕ ਹੋਰ ਕੁੜੀ ਬੈਠੀ ਸੀ ਗੋਰੀ। ਕਹਿੰਦਾ ਉਹ ਮੇਰੇ ਵੱਲ ਤੱਕਦੀ ਸੀ ਬਾਰ-ਬਾਰ ਤੇ ਮੰਮੀ ਉਹਦੇ ਵੱਲ ਤੱਕਣ ਲੱਗ ਪਿਆ। ਕਹਿੰਦਾ ਮੈਂ ਹਾਲਾਂਕਿ ਪਾਕਿਸਤਾਨ ਜਾਣਾ ਸੀ ਸ਼ਾਦੀ ਵਾਸਤੇ, ਕਹਿੰਦਾ ਲੇਕਿਨ ਗੋਰੀ ਵੀ ਤੱਕਦੀ ਸੀ, ਮੈਂ ਕਿਸ ਤਰ੍ਹਾਂ ਉਹਦੇ ਵੱਲ ਨਾ ਤੱਕਾਂ। ਕਹਿੰਦਾ ਮੈਂ ਉਹਦੇ ਵੱਲ ਤੱਕਣ ਲੱਗ ਪਿਆ, ਕਹਿੰਦਾ ਉਹ ਮੇਰੇ ਵੱਲ ਤੱਕਣ ਲੱਗ ਪਈ। ਕਹਿੰਦਾ ਉਹ ਗੋਰੀ ਜਿਹੜੀ ਆ ਉੱਠ ਕੇ ਮੇਰੇ ਕੋਲ ਆ ਕੇ ਬਹਿ ਗਈ। ਕਹਿੰਦਾ ਜੂਈ ਬੈਠੀ ਮੈਨੂੰ ਕੋਈ ਪੁੱਛਣ ਲੱਗ ਪਈ ਕਿ ਤੈਨੂੰ ਮਸਲਾ ਆਇਆ। ਕਹਿੰਦਾ ਮੈਂ ਦੱਸਿਆ ਕਿ ਇਸ ਤਰ੍ਹਾਂ ਮੇਰੇ ਪੇਟ 'ਚ ਦਰਦ ਪਿਆ ਸੀ, ਮੈਨੂੰ ਐਂਬੂਲੈਂਸ ਲੈ ਕੇ ਆਈ ਹੈ, ਮੇਰਾ ਚੈੱਕਅਪ ਹੋਇਆ ਤੇ ਮੈਂ ਇੱਥੇ ਬਾਹਰ ਇੰਤਜ਼ਾਰ ਪਿਆ ਕਰਨਾ। ਕਹਿੰਦਾ ਗੋਰੀ ਇੰਨੀ ਦੇਰ ਨੂੰ ਅੰਦਰ ਟੁਰ ਗਈ, ਅੰਦਰੋਂ ਵਾਪਸ ਆਈ ਤੇ ਫਿਰ ਆ ਕੇ ਮੇਰੇ ਕੋਲ ਬਹਿ ਗਈ। ਕਹਿੰਦਾ ਮੈਂ ਸੋਚਿਆ ਕਿਉਂ ਨਾ ਇਹਨੂੰ ਇੱਥੋਂ ਹਸਪਤਾਲ ਕਾਫੀ ਵਗੈਰਾ ਹੈ ਇਹਨੂੰ ਇੱਥੇ ਪਿਲਾਵਾਂ। ਕਹਿੰਦਾ ਇਹਨੂੰ ਮੈਂ ਕਿਹਾ ਕਾਫੀ ਪੀਣੀ? ਉਹ ਕਹਿੰਦੀ ਹੈ ਪੀ ਲਵਾਂਗੀ। ਕਹਿੰਦਾ ਮੇਰੇ ਨਾਲ ਗਈ, ਜਾ ਕੇ ਤੂੰ ਕਾਫੀ ਵਗੈਰਾ ਪੀਤੀ। ਕਹਿੰਦਾ ਮੇਰੇ ਬਟੂਏ ਢੇਰ ਪੈਸੇ ਸੀ, ਮੈਂ ਪਾਕਿਸਤਾਨ ਜਾਣਾ, ਜ਼ਾਰੀ ਗੱਲ ਤਿਆਰੀ ਪੂਰੀ ਹੋਈ ਸੀ ਮੇਰੀ। ਕਹਿੰਦਾ ਮੈਂ ਪੈਸੇ ਹਰ ਵਕਤ ਕੋਲ ਰੱਖਦਾ ਸਾਂ। ਕਹਿੰਦਾ ਉੱਥੇ ਇਸ ਵੇਲੇ ਮੈਂ ਗਿਆ, ਜਾ ਕੇ ਉਹਨੂੰ ਕਾਫੀ ਸ਼ੇ ਪਿਲਾਈ, ਪੈਸੇ ਸ਼ੈਸੇ ਦਿੱਤੇ, ਉਹਨੇ ਮੇਰਾ ਬਟੂਆ ਤਾਕ ਲਿਆ ਕਿ ਪੈਸੇ ਇਹਦੇ ਕੋਲ ਰੱਜ ਨੇ। ਕਹਿੰਦਾ ਹੈਰ ਉੱਥੋਂ ਲੈ ਕੇ ਵਾਪਸ ਆ ਗਏ। ਕਹਿੰਦਾ ਮੈਂ ਇੰਤਜ਼ਾਰ ਪਿਆ ਕਰਦਾ ਸਾਂ, ਅੱਗੋਂ ਮੈਨੂੰ ਕਹਿੰਦੀ ਹੈ ਕਿ ਤੂੰ ਮੇਰੀ ਮਦਦ ਨਹੀਂ ਕਰ ਸਕਦਾ, ਮੈਂ ਜਿਹੜਾ ਘਰ ਵਾਪਸ ਜਾਣਾ ਹੈ ਤੇ ਮੇਰੇ ਕੋਲ ਗੱਡੀ ਵਗੈਰਾ ਵੀ ਨਹੀਂ ਹੈ। ਕਹਿੰਦਾ ਮੈਂ ਕਿਹਾ ਗੱਡੀ ਤੇ ਮੇਰੇ ਕੋਲ ਵੀ ਨਹੀਂ ਹੈ, ਮੈਂ ਤੇ ਐਂਬੂਲੈਂਸ ਤੇ ਆਇਆ। ਉਹ ਕਹਿੰਦੀ ਤੂੰ ਮੇਰੀ ਮਦਦ ਕਰ, ਮੈਨੂੰ ਜਿਹੜਾ ਨਾ ਘਰ ਤੱਕ ਛੱਡਿਆ, ਇਹ ਨਾ ਹੋਵੇ ਮੈਨੂੰ ਚੱਕਰ ਆ ਜਾਣ। ਕਹਿੰਦਾ ਅੱਗੋਂ ਮੈਂ ਉਹਦਾ ਨੰਬਰ ਵਗੈਰਾ ਲੈ ਲਿਆ ਸੀ, ਲੇਕਿਨ ਮੈਂ ਇਹ ਨਹੀਂ ਕੀਤਾ ਕਿ ਕਮ ਅਜ਼ ਕਮ ਉਹਨੂੰ ਮਿਸ ਕਾਲ ਮਾਰ ਕੇ ਤੇ ਚਲੋ ਉਹਨੂੰ ਤਾਕ ਲਵਾਂ ਕਿ ਵਾਕਈ ਉਹਦਾ ਨੰਬਰ ਹੈ। ਲੇਕਿਨ ਕਹਿੰਦਾ ਮੈਂ ਉਹਦੀਆਂ ਗੱਲਾਂ 'ਚ ਆ ਗਿਆ। ਕਹਿੰਦਾ ਮੈਂ ਕਿਹਾ ਠੀਕ ਹੈ ਚੱਲ ਮੈਂ ਤੇਰੇ ਨਾਲ ਚੱਲਣਾ। ਕਹਿੰਦਾ ਮੈਂ ਜਿਹੜਾ ਆਪੂ ਜਿਹੜਾ ਟੈਕਸੀ ਖਲਾਈ, ਕਹਿੰਦਾ ਮੈਂ ਉਹਨੂੰ ਵਿੱਚ ਬਿਠਾਇਆ। ਕਹਿੰਦਾ ਉਹਨੇ ਮੇਰਾ ਹੱਥ ਪਕੜ ਲਿਆ ਤੇ ਮੈਂ ਵੀ ਨਾਲ ਉਹਦਾ ਹੱਥ ਪਕੜ ਲਿਆ। ਕਹਿੰਦਾ ਮੈਂ ਕਿਹਾ ਲੈ ਬਈ ਕੰਮ ਤੇ ਹੋ ਗਿਆ ਸੈੱਟ। ਕਹਿੰਦਾ ਹੁਣ ਗੋਰੀ ਜਿਹੜੀ ਹੈ ਚਲੋ ਇੱਥੇ ਯੈਸ਼ੀ ਮੈਸ਼ੀ ਕਰਾਂਗੇ, ਪਾਕਿਸਤਾਨ ਵਾਲੀ ਸ਼ਾਦੀ ਤੇ ਕਹਿੰਦਾ ਮੇਰੇ ਦਿਮਾਗ 'ਚ ਹੀ ਕੋਈ ਨਾ ਰਹੀ ਕਿ ਪਾਕਿਸਤਾਨ ਵੀ ਮੈਂ ਸ਼ਾਦੀ ਜਾ ਕੇ ਕਰਨੀ ਹੈ। ਕਹਿੰਦਾ ਰਾਹ ਜਿਹੜਾ ਉਹ ਹੱਥ ਛੱਤ ਮਾਰਦੀ ਰਹੀ ਮੇਰੇ ਪੱਟਾਂ ਤੇ ਮੈਂ ਵੀ ਹੱਥ ਛੱਤ ਮਾਰਦਾ ਰਿਹਾ। ਕਹਿੰਦਾ ਮੈਂ ਬੜਾ ਖੁਸ਼ ਹੋਇਆ ਸਾਂ। ਕਹਿੰਦਾ ਮੈਨੂੰ ਜਿਸ ਵੇਲੇ ਉੱਥੇ ਲੈ ਕੇ ਗਈ ਆਪਣੀ ਜਗ੍ਹਾ ਤੇ ਜਿੱਥੇ ਉਹਨੇ ਲੈਣਾ ਸੀ, ਕਹਿੰਦਾ ਜਾ ਕੇ ਇਸ ਵੇਲੇ ਉੱਥੇ ਲੱਥੀ ਤੇ ਮੈਨੂੰ ਕਹਿੰਦੀ ਆ ਬਾਹਰ ਆ। ਕਹਿੰਦਾ ਮੈਨੂੰ ਜੂੰ ਹੀ ਫੜਿਓ ਸੀ ਨਾ, ਕਹਿੰਦਾ ਬਾਹਰ ਇਤਨਾ ਹਨੇਰਾ ਸੀ, ਨਜ਼ਰ ਹੀ ਨਹੀਂ ਸੀ ਕੋਈ ਸ਼ੈ ਆ ਰਹੀ, ਨਾ ਹੀ ਕੋਈ ਆਬਾਦੀ ਨਜ਼ਰ ਆ ਰਹੀ ਸੀ। ਕਹਿੰਦਾ ਮੈਨੂੰ ਕਹਿੰਦੀ ਆ ਬਾਹਰ ਆ। ਕਹਿੰਦਾ ਮੈਂ ਕਿਹਾ ਹੋ ਸਕਦਾ ਕੋਈ ਗੇਮ ਸ਼ੇਮ ਕਰਨੀ ਹੋਵੇ ਸੂ, ਚਲੋ ਬਾਹਰ ਜਾ ਕੇ ਇੰਜੋਇਮੈਂਟ ਕਰ ਲੈਂਦੇ ਆ। ਕਹਿੰਦਾ ਟੈਕਸੀ ਵਾਲੇ ਨੂੰ ਕਹਿੰਦੀ ਹੈ ਠੀਕ ਹੈ ਤੂੰ ਜਾ। ਕਹਿੰਦਾ ਜੂੰ ਹੀ ਮੈਂ ਬਾਹਰ ਨਿਕਲਿਆ, ਮੈਨੂੰ ਕਹਿੰਦੀ ਹੈ ਇੱਧਰ ਆ। ਕਹਿੰਦਾ ਮੇਰਾ ਹੱਥ ਪਕੜ ਕੇ ਤੇ ਮੈਨੂੰ ਨਾਲ ਲੈ ਕੇ ਟੁਰ ਪਈ। ਕਹਿੰਦਾ ਮੈਂ ਕਿਹਾ ਕਿੱਧਰ ਲੈ ਕੇ ਚੱਲੀ ਹੈ? ਕਹਿੰਦਾ ਤੂੰ ਆ ਜਾ। ਕਹਿੰਦਾ ਮੈਂ ਨਾਲ ਟੁਰਦਾ ਗਿਆ। ਕਹਿੰਦਾ ਅੱਗੇ ਇੱਕ ਪੁਲ ਜਿਹਾ ਆਇਆ, ਉਹਦੇ ਥੱਲੇ ਲਾਈਟਾਂ ਬਾਲ ਰਹੀਆਂ ਸੀ। ਅੱਗੇ ਮੈਂ ਤੱਕਿਆ ਤੇ 2-3 ਬੰਦੇ ਪੁਲ ਦੇ ਥੱਲੇ ਬੈਠੇ।
ਕਹਿੰਦਾ ਮੈਨੂੰ ਸਮਝ ਆ ਗਈ ਇਹ ਤੇ ਕੋਈ ਗੜਬੜ ਲੱਗ ਰਹੀ ਹੈ, ਮੈਨੂੰ ਮਸਲਾ ਮੇਰਾ ਖਰਾਬ ਹੋ ਗਿਆ। ਕਹਿੰਦਾ ਐਮਰਜੈਂਸੀ ਤੇ ਮੇਰੀ ਉੱਥੇ ਹੀ ਰਹਿ ਗਈ, ਲੇਕਿਨ ਕਹਿੰਦਾ ਜਿਉਂ ਹੀ ਮੈਂ ਪੁਲ ਕੋਲ ਪਹੁੰਚਿਆ ਡਰਦਾ ਡਰਦਾ ਤੇ ਉਹ ਕੁੜੀ ਨੇ ਜਨਾਬ ਕਹਿੰਦਾ ਸਿੱਧਾ ਮਾਰਿਆ ਮੇਰੇ ਮੂੰਹ ਤੇ ਮੁੱਕਾ ਇੰਨੇ ਜ਼ੋਰ ਦਾ, ਕਹਿੰਦਾ ਮੈਂ ਚੁੱਕਿਆ ਥੱਲੇ ਜਾ ਪਿਆ। ਕਹਿੰਦਾ ਇੰਨੀ ਦੇਰ ਨੂੰ ਉਹ ਦੂਸਰੇ ਵੀ ਉੱਠ ਕੇ ਆ ਗਏ, ਕਹਿੰਦਾ ਉਹ ਸਾਰੇ ਸੀ ਨਸ਼ਈ। ਕਹਿੰਦਾ ਨਸ਼ਈਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਦਾ, ਕਹਿੰਦਾ ਮੇਰੇ ਬੜੀ ਗਲਤ ਜਗ੍ਹਾ ਤੇ ਲੱਤ ਮਾਰੀ ਉਹਨੇ, ਮੈਨੂੰ ਤੇ ਹੋਸ਼ ਵੀ ਕੋਈ ਨਾ ਰਹੀ ਕਿ ਮੇਰੇ ਨਾਲ ਬਣਿਆ ਕੀ ਹੈ। ਕਹਿੰਦਾ ਇਤਨੀ ਦੇਰ ਨੂੰ ਮੈਨੂੰ ਜਿਸ ਵੇਲੇ ਹੋਸ਼ ਆਈ ਹੈ ਮੈਨੂੰ ਇਹ ਪਤਾ ਲੱਗਾ ਮੈਂ ਹਸਪਤਾਲ ਵਿੱਚ ਪਿਆ। ਕਹਿੰਦਾ ਇਸ ਵੇਲੇ ਮੇਰੀ ਅੱਖ ਖੁੱਲੀ, ਉਹਨਾਂ ਮੈਨੂੰ ਪੁੱਛਿਆ ਕਿ ਤੂੰ ਤੇ ਇੱਥੇ ਐਮਰਜੈਂਸੀ ਪਿਆ ਸੇ ਤੇ ਤੂੰ ਜਿਹੜਾ ਕਿੱਧਰ ਉੱਥੇ ਟੁਰ ਗਿਆ ਸੇ। ਕਹਿੰਦਾ ਮੈਂ ਕਿਹਾ ਇਸ ਤਰ੍ਹਾਂ ਕੁੜੀ ਆਈ ਸੀ ਇੱਥੇ ਤੇ ਮੈਂ ਉਹਦੇ ਨਾਲ ਟੁਰ ਗਿਆ ਸਾਂ। ਉਹ ਜਨਾਬ ਕਹਿੰਦੇ ਮੈਨੂੰ ਕਹਿੰਦੇ ਨੇ ਕਿ ਤੇਰੇ ਨਾਲ ਕੀ ਬਣਿਆ। ਉਹਨਾਂ ਕਿਹਾ ਉੱਥੇ ਗਿਆ ਤੇ ਉੱਥੇ ਇਸ ਤਰ੍ਹਾਂ 2-3 ਬੰਦੇ ਸੀ ਤੇ ਕਹਿੰਦਾ ਇਸ ਵੇਲੇ ਮੈਂ ਪੁੱਛਿਆ ਕਿ ਮੇਰਾ ਬਟੂਆ ਕਿੱਥੇ ਆ। ਕਹਿੰਦਾ ਜ਼ਾਹਿਰੀ ਗੱਲ ਹੈ ਉਹਦੇ 'ਚ ਪੈਸੇ ਢੇਰ ਸੀ। ਕਹਿੰਦਾ ਇਸ ਵੇਲੇ ਚੈੱਕ ਕੀਤੇ ਬਟੂਏ ਤੇ 1 ਰੁਪਈਆ ਵੀ ਨਾ। ਉਹਨੇ ਆਖਿਆ ਠੀਕ ਹੈ ਤੂੰ ਪੁਲਿਸ ਨੂੰ ਜਿਹੜਾ ਰਿਪੋਰਟ ਲਿਖਾ। ਕਹਿੰਦਾ ਮੈਂ ਕਿਹਾ ਹੁਣ ਪੁਲਿਸ ਨੂੰ ਕੀ ਰਿਪੋਰਟ ਲਿਖਾਂ। ਕਹਿੰਦਾ ਮੇਰੇ ਤੇ ਸਾਰੇ ਪੈਸੇ ਵੀ ਜਾਂਦੇ ਰਹੇ, 3-4 ਮਹੀਨੇ ਦੀਆਂ ਤਨਖਾਹਾਂ ਸੀ ਮੇਰੀਆਂ, ਉਹ ਤੋਂ ਮੁੰਡੇ ਕੋਲੋਂ ਮੈਂ ਪੈਸੇ ਲਏ ਸੀ। ਕਹਿੰਦਾ ਪੂਰੀ ਤਿਆਰੀ ਸਾਂ ਮੈਂ ਤਾਂ ਕਿਹਾ ਚਲੋ ਹਫਤਾ ਘਰ ਰਹਿ ਕੇ ਤੇ ਚਲੋ ਸ਼ਾਪਿੰਗ ਵਗੈਰਾ ਕਰਾਂਗਾ, ਪਾਕਿਸਤਾਨ ਲੈ ਕੇ ਜਾਵਾਂਗਾ। ਕਹਿੰਦਾ ਮੇਰੇ ਕੋਲ ਕੱਖ ਵੀ ਨਾ ਰਿਹਾ। ਕਹਿੰਦਾ ਉਸ ਸਿਲਸਿਲੇ ਵਾਪਸ ਘਰ ਆਇਆ ਤੇ ਮੂੰਹ ਮੇਰਾ ਸੁੱਜੇ ਆ, ਬੁੱਲ ਮੇਰੇ ਸੁੱਜੇ। ਕਹਿੰਦੇ ਮੁੰਡੇ ਡੇਰੇ ਵਾਲੇ ਤਾਕੇ ਉਹਨੇ ਤੈਨੂੰ ਕੀ ਹੋਇਆ, ਤੂੰ ਤੇ ਹਸਪਤਾਲ ਗਿਆ ਸੀ ਐਮਰਜੈਂਸੀ ਅਸਨਾ ਛੁੱਟੀ ਲੈਣ ਵਾਸਤੇ ਤੇ ਤੇਰਾ ਤੇ ਮੂੰਹ ਸੁੱਜੇ ਆ। ਕਹਿੰਦਾ ਕੁਝ ਨਾ ਪੁੱਛੋ ਮੇਰੇ ਕੋਲੋਂ, ਮੇਰੇ ਨਾਲ ਤੇ ਇਹ ਗੱਲ ਹੋ ਗਈ। ਉਹਨੇ ਆਖਿਆ ਬੇਵਕੂਫਾ ਤੈਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦੀਆਂ ਨਸ਼ਈ ਜਿਹੜੇ ਨੇ ਇਹਨਾਂ ਨੂੰ ਆਪੂ ਇੱਥੇ ਹਸਪਤਾਲ ਆਉਂਦੇ ਨੇ ਚੈੱਕਅਪ ਕਰਾਉਣ ਵਾਸਤੇ, ਕਿਉਂਕਿ ਨਸ਼ੇ ਨਾਲ ਡਿੱਗੇ ਹੁੰਦੇ ਨੇ ਤੇ ਇਹਨਾਂ ਨਾਲ ਤੂੰ ਟੁਰ ਗਿਆ। ਉਹਨਾਂ ਦਾ ਮੈਨੂੰ ਨਹੀਂ ਸੀ ਲਾਲਾ ਪਤਾ ਹੈ, ਬੜੀ ਸੋਹਣੀ ਗੋਰੀ ਸੀ, ਲੇਕਿਨ ਮੈਂ ਸੋਚਿਆ ਕਿ ਚਲੋ ਮੇਰੇ ਨਾਲ ਸੈੱਟ ਹੋ ਗਈ ਆ। ਉਹਨੇ ਆਖਿਆ ਜਾ ਚਵਲਾ ਇਹ ਕਿਹੜਾ ਕੰਮ ਕੀਤੀ। ਕਹਿੰਦਾ ਨਹੀਂ ਪੁਲਿਸ ਨੂੰ ਮੈਂ ਉਹਦਾ ਨਾਂ ਪਤਾ ਦਿੱਤਾ ਤੇ ਇਸ ਤਰ੍ਹਾਂ ਜਿਹੜਾ ਨਾ ਤੇ ਮੈਨੂੰ ਜਿਹੜਾ ਉਹ ਪੈਸੇ ਲੈ। ਉਹਨੇ ਕਿਹਾ ਪੈਸੇ ਸ਼ੈਸੇ ਇਹਨਾਂ ਨਸ਼ਈਆਂ ਕੋਲੋਂ ਕੋਈ ਨਹੀਂ ਲੱਭਦੇ, ਨਾ ਹੀ ਤੇਰੀ ਕਿਸੇ ਨੇ ਗੱਲ ਸੁਣਨੀ ਹੈ। ਐਂ ਤੂੰ ਪਿਆ ਆਹ ਕਿ ਮੇਰੇ ਕੋਲੋਂ ਉਹਨੇ ਪੈਸੇ ਖੋਲ। ਉਹ ਆਖੇ ਮੈਂ ਨਹੀਂ ਖੋਏ ਤਾਂ ਤੂੰ ਕੀ ਕਰ ਲਵੇਂਗਾ। ਕਹਿੰਦਾ ਮੈਂ ਵੀ ਅੱਗੂ ਚੁੱਪ ਕਰ ਰਿਹਾ। ਕਹਿੰਦਾ ਘਰ ਦੇ ਆਂਦੇ ਨੇ ਕਿ ਪੁੱਤਰ ਤੂੰ ਜਲਦੀ ਨਾਲ ਪਾਕਿਸਤਾਨ ਆ, ਸਾਰੇ ਇੰਤਜ਼ਾਰ ਪੇ ਕਰਦੇ ਨੇ। ਕਹਿੰਦਾ ਉਹਨਾਂ ਨੂੰ ਮੈਂ ਦੱਸਿਆ ਕਿ ਮੇਰੇ ਕੋਲ ਤੇ ਪੈਸੇ ਕੋਈ ਨਹੀਂ ਹੈ, ਸਾਰੇ ਮੇਰੇ ਚੋਰੀ ਹੋ ਗਏ ਨੇ। ਕਹਿੰਦਾ ਉਹ ਵੱਖਰਾ ਰੋਣਾ ਸ਼ੁਰੂ ਹੋ ਗਏ, ਅਸਾਂ ਤੇ ਫਲਾਣੇ ਨੂੰ ਪੈਸੇ ਦੇਣੇ ਨੇ, ਫਲਾਣੀ ਤਿਆਰੀ ਕਰਨੀ ਹੈ, ਫਲਾਣੀ ਸ਼ਾਪਿੰਗ ਕਰਨੀ ਹੈ। ਕਹਿੰਦਾ ਮੈਂ ਕਿਹਾ ਤੁਸੀਂ ਜੋ ਮਰਜ਼ੀ ਆਖੋ, ਮੇਰੇ ਕੋਲ ਕੋਈ ਸ਼ੈ ਨਹੀਂ ਜੇ, ਮੇਰੇ ਪੈਸੇ ਸਾਰੇ ਲੁੱਟੇ ਗਏ ਨੇ। ਕਹਿੰਦਾ ਅੱਗੂ ਮੈਂ ਜਿਸਲੇ ਕੈਮਰਾ ਆਨ ਕਰਕੇ ਤੇ ਆਪਣਾ ਮੂੰਹ ਦੱਸਿਆ। ਕਹਿੰਦਾ ਦੇਖੋ ਮੇਰਾ ਮੂੰਹ ਸਾਰਾ ਸੁੱਜੇ ਹੈ, ਇਸ ਤਰ੍ਹਾਂ ਮੇਰੇ ਕੋਲੋਂ ਚੋਰਾਂ ਨੇ ਪੈਸੇ ਵੀ ਖੋਹ ਲਏ ਨੇ, ਮੈਨੂੰ ਮਾਰਿਆ ਵੀ ਹੈ। ਉਹਨਾਂ ਆਖਿਆ ਉਹ ਹੋਇਆ ਤੇ ਬੜਾ ਮਾੜਾ ਹੋ ਗਿਆ। ਉਹਨੇ ਆਖਿਆ ਹੁਣ ਤੁਸੀਂ ਬੰਦੋਬਸਤ ਕਰੋ ਜਿੱਥੋਂ ਵੀ ਪੈਸੇ ਕਰਨੇ ਜੇ ਆਪੇ, ਫਿਰ ਮੈਂ ਜਿਸਲੇ ਬਾਅਦ ਜਿਹੜਾ ਉਹ ਬੰਦੋਬਸਤ। ਉਹਨੇ ਆਖਿਆ ਪੁੱਤਰ ਇੰਜ ਕਰਨੇ ਆ ਮਹੀਨਾ ਸਾਰਾ ਅੱਗੇ ਕਰ ਲੈਂਦੇ ਆ, ਤੇਰਾ ਮੂੰਹ ਤੇ ਥੋੜਾ ਠੀਕ ਹੋ ਲਵੇ। ਕਹਿੰਦਾ ਮੈਂ ਕਿਹਾ ਤੁਸੀਂ ਇਸ ਗੱਲ ਨੂੰ ਛੱਡੋ, ਇਹ ਤਾਂ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਚਲੋ ਚੋਰਾਂ ਨੇ ਇਹਦੇ ਕੋਲੋਂ ਪੈਸੇ ਖੋਏ ਨੇ, ਇਸ ਵਾਸਤੇ ਤੁਸੀਂ ਜਿਹੜਾ ਨਾ ਜਿਹੜੇ ਦਿਹਾੜੇ ਹੋਏ ਨੇ ਨਾ ਉਹਨਾਂ ਤੇ ਵਿਆਹ ਰਹਿਣ ਦਿਓ। ਕਹਿੰਦਾ ਮੈਂ ਤਾਂ ਅੱਗੇ ਸੋੜਾ ਪਿਆ ਸਾਂ ਵਿਆਹ ਵਾਸਤੇ, ਹੁਣ ਅੱਗੇ ਕਰਨ ਦੇ ਮੇਰੇ ਕੋਲ ਕਹਿੰਦਾ ਕੋਈ ਚਾਂਸ ਨਹੀਂ ਸੀ, ਅੱਗੂ ਛੁੱਟੀ ਵੀ ਨਹੀਂ ਸੀ ਲੱਭਣੀ। ਕਹਿੰਦਾ ਮੈਨੂੰ ਪਤਾ ਸੀ ਕਿ ਮੈਂ ਮਾਲਕ ਨਾਲ ਬੇਈਮਾਨੀ ਕਰਨ ਲਿਆ ਸਾਂ ਤੇ ਛੁੱਟੀਆਂ ਲੈ ਕੇ ਘਰ ਰੈਸਟ ਕਰਨ ਲਿਆ ਸਾਂ, ਲੇਕਿਨ ਕਹਿੰਦਾ ਇਹਦੇ ਬਦਲੇ ਮੇਰੇ ਕੋਲ 3-4 ਮਹੀਨੇ ਤਨਖਾਹ ਵੀ ਜਾਂਦੀ ਰਹੀ, ਉਤੋਂ ਮੇਰਾ ਨੁਕਸਾਨ ਵੀ ਇੰਨਾ ਹੋ ਗਿਆ ਤੇ ਕਹਿੰਦਾ ਮੇਰਾ ਮੂੰਹ ਵੀ ਸੁੱਜਿਆ ਪਿਆ ਸੀ। ਕਹਿੰਦਾ ਜਿਉਂ ਪਾਕਿਸਤਾਨ ਗਿਆ ਮੂੰਹ ਸ਼ੂ ਸੁੱਜੇ ਆ, ਹੋਂਠ ਪਾਟੇ ਆ ਮੇਰਾ। ਕਹਿੰਦਾ ਘਰ ਦੇ ਵੀ ਸਾਰੇ ਤਾਕੇ ਬੜੇ ਪਰੇਸ਼ਾਨ ਹੈ ਤੇਰੇ ਨਾਲ ਬਣਿਆ ਕੀ ਹੈ। ਕਹਿੰਦਾ ਅਸਲ ਗੱਲ ਤੇ ਮੈਂ ਉਹਨਾਂ ਨੂੰ ਕੌਣ ਸੀ ਦੱਸਦਾ ਪਿਆ ਕਿ ਮੇਰੇ ਨਾਲ ਬਣਿਆ ਕੀ ਹੈ ਤੇ ਮੈਂ ਕੀ ਹਰਕਤ ਕਰਨ ਲੱਗਾ ਸਾਂ। ਕਹਿੰਦਾ ਹੈਰ ਉਹਨਾਂ ਸਾਰਿਆਂ ਨੂੰ ਪਤਾ ਲੱਗਾ। ਉਹਨਾਂ ਕਿਹਾ ਚਲੋ ਛੱਡੋ ਸਾਰੀਆਂ ਗੱਲਾਂ, ਇੰਜ ਕਰਨੇ ਆ ਨਿਕਾਹ ਜਿਹੜਾ ਚੁੱਪ ਚਪੀਤੇ ਕਰ ਲੈਂਦੇ ਆ, ਨਾ ਤੁਸੀਂ ਵਲੀਮਾ ਕਰੋ ਤੇ ਨਾ ਤੁਸੀਂ ਬਾਰਾਤ ਲਿਆਓ, ਇਸ ਤਰ੍ਹਾਂ ਚੁੱਪ ਕਰਕੇ ਨਿਕਾਹ ਕਰਕੇ ਤੇ ਕੁੜੀ ਘਰ ਲੈ ਜਾਓ। ਕਹਿੰਦੇ ਅਸਾਂ ਵੀ ਆਖਿਆ ਚਲੋ ਬਿਹਤਰ ਹੈ ਕਿਉਂਕਿ ਮੁੰਡੇ ਦੀ ਵੀ ਤੇ ਹਾਲਤ ਕੋਈ ਨਹੀਂ। ਕਹਿੰਦਾ ਮੈਂ ਵੀ ਆਖਿਆ ਕਿ ਠੀਕ ਹੈ ਖਰਚਾ ਵੀ ਨਹੀਂ ਹੋਣ ਲਿਆ ਕਿਉਂਕਿ ਪੈਸੇ ਤੇ ਮੇਰੇ ਕੋਲ ਹੈ ਕੋਈ ਨਹੀਂ। ਕਹਿੰਦਾ ਉਹਨਾਂ ਦੀ ਗੱਲ ਮੰਨੀ, 4 ਬੰਦੇ ਗਏ ਜਾ ਕੇ ਨਿਕਾਹ ਕਰਕੇ ਤੇ ਜ਼ਨਾਨੀ ਮੇਰੀ ਘਰ ਲੈ ਆਂਦੀ। ਕਹਿੰਦਾ ਮੈਂ ਵੀ ਖੁਸ਼ ਹੋ ਗਿਆ, ਚਲੋ ਜੀ ਕੰਮ ਖਤਮ ਹੋ ਗਿਆ। ਕਹਿੰਦਾ ਲੇਕਿਨ ਮੈਂ ਇਹ ਹੀ ਕਹਿਣਾ ਕਿ ਕਦੇ ਵੀ ਬੇਈਮਾਨੀ ਦੇ ਬਾਰੇ ਨਾ ਸੋਚੋ, ਵਰਨਾ ਇਤਨਾ ਨੁਕਸਾਨ ਹੋ ਜਾਂਦਾ, ਬੰਦੇ ਦੀ ਸੋਚ ਤੋਂ ਉੱਤੇ ਤੀ ਹੋ ਜਾਂਦਾ। ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ। ਬਾਕੀ ਦੁਆਵਾਂ 'ਚ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।